ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੀ ਕਿਸਾਨਾਂ ਦੇ ਦਿੱਤੇ ਸਮੇਂ ਤੇ ਕੇਂਦਰ ਸਰਕਾਰ ਗੱਲ ਕਰਨ ਨੂੰ ਹੋਵੇਗੀ ਤਿਆਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਸੰਘਰਸ਼ ਜਿਹੜਾ ਦਿੱਲੀ ਬਾਰਡਰ ਤੇ ਭਖਦਾ ਜਾ ਰਿਹਾ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਜਿਸ 'ਚ ਉਹਨਾਂ ਨੇ ਇੱਕ ਵਾਰ ਫਿਰ ਕਿਹਾ ਵੀ ਵਿਰੋਧੀ ਧਿਰਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਜਿਹੜੀ ਹੈਗੀ ਕਿਸਾਨਾਂ ਨਾਲ ਸਿੱਧੇ ਗੱਲਬਾਤ ਕਰਨ ਦੀ ਥਾਂ ਤੇ ਕਾਗਜ਼ੀ ਗੱਲਬਾਤ ਕਰ ਰਹੀ ਹੈ। ਉਹ ਨਿੱਤ ਚਿੱਠੀ ਲਿਖ ਕੇ ਕਿਸਾਨਾਂ ਨੂੰ ਵਾਰ-ਵਾਰ ਕਹਿ ਰਹੀ ਹੈ ਵੀ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਵੀ ਕਿ ਕਿਸਾਨ ਜਥੇਬੰਦੀਆਂ ਸਮਾਂ ਦੇਣ। ਜੇਕਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਸਮਾਂ ਦੇਣੀ ਹੈ, ਤੁਹਾਨੂੰ ਕੀ ਲੱਗਦਾ ਹੈ ਵੀ ਕਿ ਕੇਂਦਰ ਸਰਕਾਰ ਉਸ ਸਮੇਂ ਤੇ ਗੱਲਬਾਤ ਕਰਨ ਲਈ ਜਾਵੇਗੀ? ਪਹਿਲੀ ਗੱਲ ਤਾਂ ਇਹੀ ਹੈ ਕਿ ਅੱਜ ਤੱਕ ਪ੍ਰਧਾਨ ਮੰਤਰੀ ਬੋਲ ਰਹੇ ਨੇ ਕਿ ਅਸੀਂ ਗੱਲਬਾਤ ਦੇ ਲਈ, ਪ੍ਰਧਾਨ ਮੰਤਰੀ ਨੇ ਤਾਂ ਇੱਕ ਵਾਰ ਵੀ ਗੱਲ ਨਹੀਂ ਕੀਤੀ। ਉਹ ਚੁਣੇ ਹੋਏ ਪ੍ਰਧਾਨ ਮੰਤਰੀ ਨੇ, ਘੱਟੋ ਘੱਟ ਉਹ ਇੱਕ ਵਾਰ ਗੱਲ ਕਰਦੇ ਤਾਂ ਉਦੋਂ ਬਾਅਦ ਪਤਾ ਲੱਗਦਾ ਕਿ ਕਿਸਾਨਾਂ ਦਾ ਜਾਂ ਬਾਕੀ ਕੀ ਆ। ਹਜੇ ਤੱਕ ਉਹਨਾਂ ਦੇ ਨੁਮਾਇੰਦੇ ਗੱਲ ਕਰ ਰਹੇ ਨੇ। ਨੁਮਾਇੰਦਿਆਂ ਦੀ ਹੈਸੀਅਤ ਨਹੀਂ ਹੈ ਫਿਲਹਾਲ ਕਿ ਉਹ ਕੋਈ ਫਾਈਨਲ ਫੈਸਲਾ ਲੈ ਸਕਣ। ਉਹਦੇ ਵਿੱਚ ਹੀ ਵੱਧ ਤੋਂ ਵੱਧ ਅਮਿਤ ਸ਼ਾਹ ਨਾਲ ਛੋਟੀ ਮੋਟੀ ਗੱਲ ਕਿ ਕੋਈ ਤਜਵੀਜ਼ ਹੋਈ ਹੈ, ਉਹ ਵੀ ਕੋਈ ਮੀਟਿੰਗ ਨਹੀਂ ਸੀ, ਉਹ ਤਜਵੀਜ਼ਾਂ ਟਾਈਪ ਹੀ ਗੱਲ ਸੀ। ਔਰ ਇਸ ਕਰਕੇ ਜਿਹੜਾ ਇਹ ਐਲੀਗੇਸ਼ਨ, ਇਹ ਇਤਰਾਜ਼ ਬਾਰ-ਬਾਰ ਲੱਗਦਾ ਹੈ ਕਿ ਜੀ ਆਪੋਜੀਸ਼ਨ ਗੁੰਮਰਾਹ ਕਰ ਰਹੀ ਹੈ। ਇਹਦਾ ਮਤਲਬ ਤੁਸੀਂ ਦੋ ਗੱਲਾਂ ਬੜੀ ਦੇਰ ਤੋਂ ਹੀ ਕਹਿ ਰਹੇ ਹੋ। ਇੱਕ ਇਹ ਹੈ ਕਿ ਕਿਸਾਨਾਂ ਦਾ ਆਪਣਾ ਕੋਈ ਦਿਮਾਗ ਨਹੀਂ ਹੈ, ਕਿਸਾਨਾਂ ਦੇ ਨਾਲ ਜੁੜੇ ਹੋਏ ਬੁੱਧੀਜੀਵੀਆਂ ਦਾ ਕੋਈ ਦਿਮਾਗ ਨਹੀਂ ਹੈ, ਉਹਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਹੇ ਤੇ ਕਿਸਾਨ ਵੈਸੇ ਹੀ ਚੱਕੇ ਚਕਾਏ ਜਿਹੜੇ ਫੈਸਲੇ ਕਰਦੇ। ਔਰ ਦੂਜੀ ਗੱਲ ਇਹ ਵੀ ਹੈ ਕਿ ਤੁਸੀਂ ਉਸ ਹਕੀਕਤ ਤੋਂ ਮੂੰਹ ਮੋੜਨਾ ਚਾਹੁੰਦੇ ਹੋ ਜਿਹੜੀ ਹਕੀਕਤ ਤੁਹਾਡੇ ਸਾਹਮਣੇ ਖੜੀ ਹੈ, ਜਿਹੜੀ ਦਲੀਲਬਾਜ਼ੀ ਹੁਣ ਤੱਕ ਤੁਹਾਡੇ ਨਾਲ ਹੋਈ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਤੇ ਤੁਹਾਡੀ ਆਪਸ ਦੇ ਵਿੱਚ, ਜਿਹਦੇ ਤਹਿਤ ਤੁਸੀਂ 9 ਥਾਵਾਂ ਤੇ ਸਮਝੌਤੇ ਮਤਲਬ ਸੋਧਾਂ ਕਰਨ ਲਈ ਤਿਆਰ ਹੋਏ ਹੋ ਤੇ ਹੋਰ ਸੋਧਾਂ ਕਰਵਾਉਣ ਦੀ ਗੱਲ ਕਹਿੰਦੇ ਰਹੇ ਹੋ, ਉਹਦੇ ਨਾਲੋਂ ਵੀ ਪਿੱਛੇ ਹਟਦੇ ਦਿਖਾਈ ਦੇ ਰਹੇ ਹੋ। ਔਰ ਇਹਦੇ ਲਈ ਇਸੇ ਲਈ ਕਿਸਾਨ ਬਾਰ-ਬਾਰ ਇੱਕ ਕਿਸਾਨਾਂ ਦਾ ਜਿਹੜਾ ਇੱਕ ਇਲਜ਼ਾਮ ਹੈ ਉਹ ਕਾਫੀ ਹੱਦ ਤੱਕ ਸਹੀ ਨਜ਼ਰ ਆਉਂਦਾ ਹੈ ਕਿ ਸਰਕਾਰ ਬਾਰ-ਬਾਰ ਚੀਜ਼ਾਂ ਤੋਂ ਮੁੱਕਰਦੀ ਰਹੀ ਹੈ। ਕਦੇ ਉਹਨਾਂ ਨੇ ਇਹ ਕਿਹਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਆਪਣੇ ਮੈਨੀਫੈਸਟੋ 'ਚ, ਫਿਰ ਸੁਪਰੀਮ ਕੋਰਟ ਦੇ ਵਿੱਚ ਐਫੀਡੈਵਿਟ ਦੇਤਾ ਕਿ ਅਸੀਂ ਲਾਗੂ ਨਹੀਂ ਕਰ ਸਕਦੇ, ਇਹਦੇ ਨਾਲ ਤਾਂ ਸਾਰਾ ਬਾਜ਼ਾਰ ਦਾ ਤਵਾਜ਼ਨ ਹਿਲ ਜੂਗਾ, ਤੇ ਫਿਰ ਹੁਣ ਦੁਬਾਰਾ ਕਹਿਣ ਲੱਗ ਗਏ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਤੀ ਹੈ। ਮਤਲਬ ਕਿਹੜਾ ਸਟੈਂਡ ਹੈ? ਕਦੇ ਤੁਸੀਂ ਕਹਿਣ ਲੱਗ ਗਏ ਹੋ ਕਿ GST ਦਾ ਬਚਿਆ ਪੈਸਾ ਜਿਹੜਾ ਘਾਟਾ ਪਊ ਸਟੇਟਾਂ ਨੂੰ ਦਿਆਂਗੇ ਤੇ ਪਿੱਛੇ ਤੁਸੀਂ ਹੱਥ ਹੀ ਖੜੇ ਕਰਤੇ ਕਰੋਨਾ 'ਚ ਅਸੀਂ ਨਹੀਂ ਦਿਆਂਗੇ। ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਤੁਸੀਂ 1100 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਹੈ ਉਹਦੇ ਚਾਨਾਕਾਨੀ ਕਰਨ ਲੱਗ ਗਏ ਹੋ। ਇਸੇ ਲਈ ਕਦੇ 15 ਲੱਖ ਰੁਪਈਆ ਲੋਕਾਂ ਦੇ ਖਾਤਿਆਂ 'ਚ ਲਿਆਉਣ ਦਾ ਵਾਅਦਾ ਸੀ, ਉਹ ਨਹੀਂ। ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਵਿਵਹਾਰ ਕਰ ਰਹੀ ਹੈ। ਹੁਣ ਜਿਹੜੀ ਗੱਲਬਾਤ ਦਾ ਸਵਾਲ ਹੈ, ਪਹਿਲੀਆਂ ਜਿਹੜੀਆਂ ਗੱਲਾਂ ਜਿੰਨੇ ਗੇੜ ਦੀ ਗੱਲਬਾਤ ਚੱਲੀ ਤਾਂ ਕਿਸਾਨ ਜਥੇਬੰਦੀਆਂ ਦਾ ਇਹ ਸਟੈਂਡ ਰਿਹਾ ਕਿ ਤੁਸੀਂ ਇੱਦੋਂ ਕੋਈ ਅਗਲੀ ਗੱਲ ਕਰਦੇ ਹੋਏ ਤਜਵੀਜ਼ ਭੇਜੋ ਤਾਂ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਸਰਕਾਰ ਹੁਣ ਵਾਰ-ਵਾਰ ਕਹੀ ਜਾਂਦੀ ਹੈ ਇੱਕ ਪਾਸੇ ਤਾਂ ਵੀ ਅਸੀਂ ਗੱਲ ਕਰਨ ਲਈ ਤਿਆਰ ਹਾਂ, ਦੂਜੇ ਪਾਸੇ ਪ੍ਰਧਾਨ ਮੰਤਰੀ ਹੋਰ ਸਾਰੇ ਮੰਚਾਂ ਤੇ ਜਾ ਕੇ ਗੱਲ ਕਰ ਰਹੇ ਨੇ ਪਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੇ। ਮੰਨ ਲਓ, ਮੈਨੂੰ ਤਾਂ ਇਹ ਵੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੂੰ ਉਹ ਵਾਰ-ਵਾਰ ਚਿੱਠੀ ਪੱਤਰ ਕਰ ਰਹੇ ਨੇ ਇੱਕ ਦੂਜੇ ਨੂੰ, ਸਮਾਂ ਕੌਣ ਤੈਅ ਕਰੇ, ਤਾਰੀਖ ਕੌਣ ਤੈਅ ਕਰੇ। ਮੈਨੂੰ ਇਹ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੂੰ ਸਮਾਂ, ਤਾਰੀਖ, ਜਗ੍ਹਾ ਤੈਅ ਕਰ ਦੇਣੀ ਚਾਹੀਦੀ ਹੈ। ਜੇਕਰ ਕਿਸਾਨ ਜਥੇਬੰਦੀਆਂ ਸਮਾਂ ਤੇ ਤਾਰੀਖ ਤੈਅ ਕਰਨਗੀਆਂ ਤਾਂ ਜਗ੍ਹਾ ਵੀ ਉਹਨਾਂ ਦੀ ਹੋਏਗੀ। ਔਰ ਬੜੇ ਲੰਮੇ ਸਮੇਂ ਤੋਂ ਪੌਣਾ ਮਹੀਨਾ ਹੁਣ ਹੋ ਗਿਆ, 2 ਮਹੀਨੇ ਪਹਿਲਾਂ ਹੋ ਗਏ ਪੰਜਾਬ ਦੇ ਵਿੱਚ। ਹੁਣ ਤਾਂ ਉੱਥੇ ਇੱਕ ਅਸਥਾਈ ਤੌਰ ਤੇ ਇੱਕ ਵੱਡਾ ਸ਼ਹਿਰ ਵਰਗਾ ਇੱਕ ਮਾਹੌਲ ਪੈਦਾ ਹੋ ਗਿਆ, ਬਸ ਚੁੱਕਿਆ। ਟਰਾਲੀਆਂ ਨੇ ਉੱਥੇ, ਆਰਜੀ ਘਰ ਨੇ, ਚੁੱਲ੍ਹੇ ਪੱਕੇ ਬਣ ਗਏ ਨੇ, ਬਾਕੀ ਸਾਰੀਆਂ ਚੀਜ਼ਾਂ ਨੇ, ਲੱਖਾਂ ਬੰਦਾ ਰਹਿ ਰਿਹਾ ਉੱਥੇ, ਕੋਈ ਉਹ ਐਵੇਂ ਨਹੀਂ ਹੈ। ਤੇ ਜੇਕਰ ਕਿਸਾਨ ਜਥੇਬੰਦੀਆਂ ਇਹ ਚਿੱਠੀ ਲਿਖ ਦੇਣ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਗੱਲਬਾਤ ਕਰਨ ਲਈ ਆਓ ਸਿੰਘੂ ਬਾਰਡਰ ਤੇ, 17 ਨੰਬਰ ਟਰਾਲੀ 'ਚ ਆਪਾਂ ਬੈਠ ਕੇ ਗੱਲ ਕਰਾਂਗੇ, ਵੱਡੀ ਟਰਾਲੀ ਹੈ ਤੇ ਜਿਹਦੇ ਸਾਰੇ ਬੰਦੇ ਗੱਲਬਾਤ ਕਰਨ ਲਈ ਬੈਠ ਸਕਦੇ ਹਾਂ ਅਸੀਂ, ਤੇ ਆਹ ਟਾਈਮ ਹੋਏਗਾ ਤੇ ਇੰਨੇ ਇਸ ਸਮੇਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ, ਦਿਨ ਆ ਹੋਏਗਾ। ਤੇ ਜੇ ਉਹ ਸਾਰਾ ਕੁਝ ਕਹਿ ਦਿੰਦੇ, ਨਾਲ ਉਹ ਸਿਕਿਉਰਿਟੀ ਦੀ ਗਰੰਟੀ ਵੀ ਲੈ ਦੇਣਗੇ ਕਿ ਸਾਡਾ ਇੰਨਾ ਚਿਰ ਦਾ ਪੀਸਫੁਲ ਅੰਦੋਲਨ ਹੈ, ਸ਼ਾਂਤਮਈ ਅੰਦੋਲਨ ਹੈ, ਤੇ ਸਾਡੇ ਸਾਰੇ ਵਲੰਟੀਅਰ ਤੁਹਾਡੀ ਸੁਰੱਖਿਆ ਦੀ ਗਰੰਟੀ ਦੇਣਗੇ, ਸੁਰੱਖਿਆ ਦੀ ਜ਼ਿੰਮੇਵਾਰੀ ਅਸੀਂ ਦਿੰਦੇ ਹਾਂ ਤੁਹਾਨੂੰ। ਕੀ ਪ੍ਰਧਾਨ ਮੰਤਰੀ ਆਉਣਗੇ? ਜਾਂ ਮੈਨੂੰ ਤਾਂ ਲੱਗਦਾ ਅਜਮਾ ਕੇ ਦੇਖ ਲੈਣਾ ਚਾਹੀਦਾ ਕਿ ਅਸੀਂ ਤੁਹਾਨੂੰ ਚਿੱਠੀ ਲਿਖਦੇ ਹਾਂ ਜੇਕਰ ਤੁਹਾਨੂੰ ਇੰਨਾ ਹੀ ਹੈ।
ਜੇ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਸਰਕਾਰ ਗੱਲ ਕਰਨ ਲਈ ਤਿਆਰ ਨਹੀਂ, ਡੇਟ ਖੁਦ ਦੇਣ ਲਈ ਤਿਆਰ ਨਹੀਂ ਹੈ, ਔਰ ਇਸੇ ਤਰ੍ਹਾਂ ਤਾਰੀਖ ਦੇ ਨਾਲ ਨਾਲ ਦਿਨ ਰੱਖਣ ਲਈ ਤਿਆਰ ਨਹੀਂ ਹੈ, ਤਾਂ ਫਿਰ ਉਹਨਾਂ ਦੀ ਜਗ੍ਹਾ ਵਿਗਿਆਨ ਭਵਨ ਕਿਉਂ ਹੋਏਗੀ, ਬਾਕੀ ਭਵਨ ਕਿਉਂ ਹੋਏਗਾ? ਤਾਂ ਜਿਹੜਾ ਪਹਿਲ ਕਦਮੀ ਕਰੇਗਾ ਉਹਦੇ ਮੁਤਾਬਕ ਉੱਥੇ ਜਾਓ। ਤੁਸੀਂ ਕਦੇ ਅਮਿਤ ਸ਼ਾਹ ਦੇ ਬੁਲਾ ਲੈਂਦੇ ਹੋ ਸੱਦਾ ਦੇ ਕੇ, ਕਦੇ ਵਿਗਿਆਨ ਭਵਨ ਬੁਲਾ ਲੈਂਦੇ ਹੋ, ਤਾਂ ਕਿਸਾਨਾਂ ਦੇ ਸੱਦੇ ਤੇ ਆਉਣਾ ਚਾਹੀਦਾ। ਔਰ ਇਹ ਵਿਰਸੇ ਦੀ ਗੱਲ ਹੈ ਅਸਲ ਦੇ ਵਿੱਚ। ਤੁਸੀਂ ਦੇਖੋ ਕਿ ਜਦੋਂ ਬਹੁਤ ਵੱਡਾ ਕਾਂਡ ਜਿਹੜਾ ਇੰਨਾ ਹੀ, ਆਪਾਂ ਕੱਲ ਵੀ ਇੱਕ ਗੱਲ ਕੀਤੀ ਸੀ ਕਿ ਆਹ ਦਸੰਬਰ ਦਾ ਮਹੀਨਾ ਸ਼ਹਾਦਤ ਦਾ ਮਹੀਨਾ ਮੰਨਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਯਾਦ ਦੇ ਵਿੱਚ ਜਿਹੜਾ ਜੋੜ ਮੇਲ ਸ਼ੁਰੂ ਹੋਇਆ ਅੱਜ ਤੋਂ, ਹਾਂ, ਤੇ 3 ਦਿਨ ਇਹ ਚੱਲਦਾ ਹੈ, ਕਰੀਬ ਉਹਨਾਂ ਦੇ ਸੰਸਕਾਰ ਤੱਕ ਉਸ ਲੈਵਲ ਤੇ ਚੱਲਦਾ। ਉਦੋਂ ਬਾਅਦ ਵੀ ਗੁਰੂ ਸਾਹਿਬ ਅੱਗੇ ਜਾਂਦੇ ਨੇ। ਸਰਬੰਸ ਵਾਰ ਦੇਣ ਤੋਂ ਬਾਅਦ ਇੰਨੇ ਜ਼ਿਆਦਾ ਪਿਆਰੇ ਜਿਹੜੇ ਉਹਨਾਂ ਦੇ ਨਾਲ ਮੁਹੱਬਤੀ ਬੰਦੇ ਸੀ, ਉਹਨਾਂ ਤੋਂ ਬਾਅਦ, ਉਹਨਾਂ ਦੇ ਐਡੇ ਵੱਡੇ ਨੁਕਸਾਨ ਤੋਂ ਬਾਅਦ, ਤਾਂ ਉਹ ਇੱਕ ਚਿੱਠੀ ਲਿਖਦੇ ਨੇ। ਉਹ ਚਿੱਠੀ ਜਫਰਨਾਮੇ ਦੇ ਰੂਪ ਦੇ ਵਿੱਚ ਆਉਂਦੀ ਹੈ। ਉਹ ਜਫਰਨਾਮਾ ਦਾ ਮਤਲਬ ਹੁੰਦਾ ਫਤਿਹਨਾਮਾ। ਤੇ ਉਹ ਇਹ ਲਿਖਦੇ ਨੇ ਕਿ ਅਸੀਂ ਅਖਲਾਕੀ ਤੌਰ ਤੇ ਔਰੰਗਜ਼ੇਬ ਕਿਵੇਂ ਹਾਰਿਆ ਹੋਇਆ ਬੰਦਾ ਹੈ, ਤੂੰ ਬਾਰ-ਬਾਰ ਸਾਡੇ ਨਾਲ ਵਾਅਦੇ ਕਰਕੇ ਮੁੱਕਰਦਾ ਰਿਹਾ, ਬਾਰ-ਬਾਰ ਤੂੰ ਸਾਡੇ ਨਾਲ ਸਮਝੌਤੇ ਕਰਕੇ ਮੁੜ ਕੇ ਪਿੱਛੋਂ ਹੱਲਾ ਕਰਦਾ ਰਿਹਾ, ਤੂੰ ਹਾਰਿਆ ਹੋਇਆ ਮਨੁੱਖ ਹੈ ਅਖਲਾਕੀ ਤੌਰ ਤੇ। ਔਰ ਮੈਂ ਅੱਜ ਵੀ ਗੱਲਬਾਤ ਦੇ ਪੱਖ ਦੇ ਵਿੱਚ ਹਾਂ, ਤੇ ਗੱਲਬਾਤ ਦੇ ਪੱਖ 'ਚ ਤੈਨੂੰ ਇਹ ਰੁਕਾ ਮਿਲੇ, ਤੈਨੂੰ ਇਹ ਫਤਿਹਨਾਮਾ ਮਿਲੇ, ਤੇ ਤੂੰ ਇੱਧਰ ਆ ਜਾ, ਤੇਰੀ ਸੁਰੱਖਿਆ ਦੀ ਗਰੰਟੀ ਮੈਂ ਕਰੂੰਗਾ, ਤੇ ਆਪਾਂ ਗੱਲਬਾਤ ਲਈ ਤਿਆਰ ਹਾਂ। ਐਡੇ ਵੱਡੇ ਨੁਕਸਾਨ ਤੋਂ ਬਾਅਦ ਵੀ ਇਹ ਉਸ ਵਿਰਸੇ ਦੀ ਗੱਲ ਹੈ। ਤੇ ਇਸ ਜਿਹੜੇ ਵਿਰਸੇ ਨੂੰ ਹੁਣ ਮੁੜ ਕੇ, ਵਿਰਸੇ ਨਾਲ ਜੁੜ ਕੇ ਜਿਹੜੇ ਕਿਸਾਨ ਇੰਨੇ ਸਮੇਂ ਤੋਂ ਕੜਕਦੀ ਦਸੰਬਰ ਦੀ ਪੋਹ ਦੀ ਠੰਡ ਦੇ ਵਿੱਚ ਬੈਠੇ ਹੋਏ ਨੇ, ਤੇ ਉਹਨਾਂ ਦਾ ਕਿਰਦਾਰ ਤੇ ਉਹਨਾਂ ਦਾ ਅਖਲਾਕ ਤੇ ਸਰਕਾਰ ਦੇ ਅਖਲਾਕ 'ਚ ਬਖਰੇਵਾ ਸਾਫ਼ ਦਿਖਾਈ ਦੇ ਰਿਹਾ। ਔਰ ਉਹ ਬਖਰੇਵਾ ਮੈਨੂੰ ਲੱਗਦਾ ਕਿ ਹੂ ਵੀ ਇੱਕ ਉਸ ਰੂਪ ਦੇ ਵਿੱਚ ਦਿਖਾਈ ਦੇਣਾ ਚਾਹੀਦਾ। ਔਰ ਇਹ ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਜਿਹੜੇ ਬੈਠੇ ਨੇ, ਔਰ ਜਿਹੜੇ ਸਬਰ, ਸੰਤੋਖ, ਸ਼ਾਂਤਮਈ ਤਰੀਕੇ ਦੇ ਨਾਲ ਇੱਕ ਐਡਾ ਵੱਡਾ ਅੰਦੋਲਨ ਕਰ ਰਹੇ ਨੇ, ਤੇ ਸਰਕਾਰ ਨੂੰ ਇਹਦੇ ਤੇ ਬਲੇਮ ਗੇਮ ਤੋਂ ਮੇਰੇ ਖਿਆਲ ਹੈ ਪਿੱਛੇ ਹਟਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਉਕਸਾ ਰਹੇ ਹੋ ਲਗਾਤਾਰ, ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਉਹ ਕੋਈ ਨਾ ਕੋਈ ਇਹੋ ਜਿਹਾ ਮਾਮਲੇ 'ਚ ਆਉਣ ਭੜਕ ਕੇ, ਤਾਂ ਕਿ ਅਸੀਂ ਬਾਅਦ ਦੇ ਵਿੱਚ ਕਹਿ ਸਕੀਏ ਵੀ ਦੇਖੋ ਜੀ ਇਹਨਾਂ ਦੇ ਵਿੱਚ ਤਾਂ ਖਾਲਿਸਤਾਨੀ ਨੇ, ਇਹਨਾਂ ਦੇ ਵਿੱਚ ਮਾਓਇਸਟ ਨੇ, ਇਹਨਾਂ ਦੇ ਵਿੱਚ ਬਾਕੀ ਨੇ। ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਅੱਜ ਇੱਕ ਗੱਲ ਠੀਕ ਵੀ ਨਿਕਲ ਗਈ ਹੈ। ਜਦੋਂ ਚੱਲਦੇ ਹੋ ਕਿੰਨਾ ਕੁ ਚੀਜ਼ ਤੁਸੀਂ ਇਹ ਕਰੋਗੇ, ਉਹ ਕਹਿੰਦੇ ਨੇ ਕਾਫੀ ਇਹਨਾਂ ਦੇ ਵਿੱਚ ਸੱਚੇ ਕਿਸਾਨ ਵੀ ਨੇ। ਮਤਲਬ ਇਹਦਾ ਮਤਲਬ ਕਾਫੀ ਕੁ ਝੂਠੇ ਮਤਲਬ ਪਾਰਟੀਆਂ ਦੇ ਕਿਸਾਨ ਨੇ ਤੇ ਕਾਫੀ ਸੱਚੇ। ਔਰ ਅੱਜ ਤੱਕ ਤੁਸੀਂ ਬਾਰ-ਬਾਰ ਇਹ ਕਹਿੰਦੇ ਆ ਰਹੇ ਹੋ ਕਿ ਇਸ ਕਿਸਾਨ ਅੰਦੋਲਨ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਚੁਣੇ ਹੋਏ ਆਗੂ ਨੂੰ ਜਾਂ ਪ੍ਰਧਾਨ ਨੂੰ ਅੱਜ ਤੱਕ ਬੋਲਣ ਨਹੀਂ ਦਿੱਤਾ ਸਟੇਜ। ਜੇ ਸਟੇਜ ਤੋਂ ਨਹੀਂ ਬੋਲਣ ਦਿੱਤਾ, ਸਿਆਸੀ ਤੌਰ ਤੇ ਉਹ ਸ਼ਾਮਲ ਨਹੀਂ ਹੈ ਕੋਈ ਵੀ, ਸਭ ਨੂੰ ਬਾਹਰ ਰੱਖਿਆ ਗਿਆ ਹੈ, ਫਿਰ ਵੀ ਤੁਸੀਂ ਇਹ ਤੂੰ ਬਤਲਾ ਰਹੇ ਹੋ, ਤਾਂ ਤੁਸੀਂ ਚਾਲਬਾਜ਼ੀ ਕਰ ਰਹੇ ਹੋ। ਤੁਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਹਕੀਕਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ। ਜਦੋਂ ਕੋਈ ਧਿਰ ਹਕੀਕਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੁੰਦੀ, ਉਹ ਇਖਲਾਕੀ ਤੌਰ ਤੇ ਹੋਣੀ ਹੁੰਦੀ ਹੈ ਹਮੇਸ਼ਾ ਹੀ। ਉਹ ਅੱਖ ਚੱਕ ਗੱਲ ਪਾ ਕੇ ਗੱਲ ਕਰਨ ਤੋਂ ਸ਼ਰਮਾਉਂਦੀ ਹੈ। ਮੈਨੂੰ ਲੱਗਦਾ ਕਿਸਾਨ ਅੰਦੋਲਨ ਦਾ ਇਖਲਾਕ ਐਡਾ ਵੱਡਾ ਹੋ ਚੁੱਕਿਆ, ਜੇ ਉਹ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਕੇ ਸੱਦਾ ਦੇ ਦੇਣ ਸਿੰਘੂ ਬਾਰਡਰ ਤੇ ਆਓ, ਔਰ ਦੇ ਕੇ ਦੇਖ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਫਿਰ ਕੀ ਕਹਿੰਦਾ ਜਾਂ ਸਰਕਾਰ ਕੀ ਕਹਿੰਦੀ ਹੈ। ਜੀ ਹਮੀਰ ਸਿੰਘ ਜੀ, ਜਿਵੇਂ ਹੁਣ ਆਪਾਂ ਗੱਲ ਵੀ ਕਰ ਰਹੇ ਹਾਂ ਤੇ ਦੇਖਦੇ ਵੀ ਆਏ ਹਾਂ ਕਿ ਪਹਿਲੇ ਦਿਨ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਇਲਜ਼ਾਮ ਲਾਉਂਦੇ ਆਏ ਨੇ ਵੀ ਕਿ ਜਿਹੜਾ ਵਿਰੋਧੀ ਧਿਰ ਹੈ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਕੁਝ ਲੋਕ ਨੇ ਜਿਹੜੇ ਇਹ ਕਿਸਾਨਾਂ ਦੇ ਪ੍ਰੋਟੈਸਟ ਨੂੰ ਹਾਈਜੈਕ ਕਰ ਰਹੇ ਨੇ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਉਹ ਇਲਜ਼ਾਮ ਲਾਉਂਦੇ ਆਏ ਨੇ, ਪਰ ਆਪਣੀ ਗਲਤੀ ਮੰਨਣ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂ ਕੋਈ ਤਿਆਰ ਨਹੀਂ ਹੈ ਵੀ ਉਹਨਾਂ ਵੱਲੋਂ ਵੀ ਕੁਝ ਗਲਤੀਆਂ ਕੀਤੀਆਂ ਗਈਆਂ ਨੇ। ਇਸ ਇਲਜ਼ਾਮਾਂ ਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ? ਨਹੀਂ, ਇਲਜ਼ਾਮ ਜਾਇਜ਼ ਨਹੀਂ। ਭਾਰਤੀ ਜਨਤਾ ਪਾਰਟੀ ਤੇ ਸਭ ਤੋਂ ਪਹਿਲਾ ਇਲਜ਼ਾਮ ਇਹ ਲੱਗਦਾ ਕਿ ਤੁਸੀਂ ਕਰੋਨਾ ਦੇ ਵਿੱਚ ਜਦੋਂ ਕਹਿੰਦੇ ਹੋ ਲੋਕ ਮਰ ਰਹੇ ਨੇ, ਆਰਡੀਨੈਂਸ ਕਿਉਂ ਲਿਆਂਦੇ ਜੀ? ਇਹੋ ਜਿਹੀ ਕਿਹੜੀ ਐਮਰਜੈਂਸੀ ਜੀ 'ਚ ਆਰਡੀਨੈਂਸ ਲਿਆਉਣ ਦੀ ਲੋੜ ਪਈ? ਕੋਈ ਜਵਾਬ ਨਹੀਂ ਹੈ। ਫਿਰ ਤੁਸੀਂ ਕਹਿ ਰਹੇ ਹੋ ਇਹ ਕਿਸਾਨਾਂ ਲਈ ਨੇ, ਸਟੇਟ ਤੇ ਸੈਂਟਰ ਦਾ ਸਵਾਲ ਹੈ, ਤਾਂ ਤੁਸੀਂ ਇਹਦਾ ਡਿਬੇਟ ਇਸ ਗੱਲ ਤੇ ਕਿਉਂ ਨਹੀਂ ਕਰਦੇ ਔਰ ਕਰਾਉਂਦੇ ਕਿ ਇਹ ਗੈਰ ਸੰਵਿਧਾਨਕ ਹੈਗੇ ਨੇ ਜਾਂ ਨਹੀਂ? ਤੁਸੀਂ ਇਕੱਲੇ ਧਰਨਿਆਂ ਤੇ ਇਕੱਲੇ ਉਹਨਾਂ ਤੇ ਕਿਉਂ ਸੋਚ ਰਹੇ ਹੋ? ਔਰ ਜੇ ਤੁਹਾਡੇ ਕੋਲ ਖੇਤੀ ਮੰਤਰੀ ਨਰਿੰਦਰ ਤੋਮਰ ਇਹ ਕਹਿ ਰਹੇ ਆ ਕਿ ਅਸੀਂ ਖੇਤੀ ਬਾਰੇ ਬਣਾਇਆ ਨਹੀਂ, ਅਸੀਂ ਫੂਡ ਸਟੱਫ ਤੇ ਬਣਾਇਆ, ਅਸੀਂ 33 ਐਂਟਰੀ ਦੇ ਤਹਿਤ ਬਣਾਇਆ, ਤਾਂ ਤੁਸੀਂ ਗੈਰ ਸੰਵਿਧਾਨਕ ਕੰਮ ਕੀਤਾ, ਖੇਤੀ ਬਾਰੇ ਕਿਉਂ ਨਹੀਂ ਬਣਾਇਆ? ਜਿਹੜਾ ਸਿੱਧੀ ਖਰੀਦ ਦਾ ਤੁਸੀਂ ਪੈਨ ਕਾਰਡ ਤੇ ਲਾਇਸੈਂਸ ਦਿੱਤਾ ਬਾਕੀ ਸਭ ਨੂੰ, ਬਿਨਾਂ ਲਾਇਸੈਂਸ ਤੋਂ ਖਰੀਦ ਤੇ, ਇਹ ਖੇਤੀ ਦੀ ਖਰੀਦ ਹੈ ਜਾਂ ਇਹ ਫੂਡ ਸਟੱਫ ਦੀ ਖਰੀਦ ਹੈ? ਤੇ ਜੇ ਕੰਟਰੈਕਟ ਫਾਰਮਿੰਗ ਸਿੱਧੀ ਕਿਸਾਨ ਨੂੰ ਤੁਸੀਂ ਉਸ ਅਨਾਜ ਜਾਂ ਫਸਲ ਲਗਾਉਣ ਦੇ ਵਿੱਚ ਕਾਨੂੰਨ ਦੇ ਰਹੇ ਹੋ, ਇਹ ਖੇਤੀ ਬਾਰੇ ਕਾਨੂੰਨ ਹੈ ਜਾਂ ਇਹ ਫੂਡ ਸਟੱਫ ਬਾਰੇ ਕਾਨੂੰਨ ਹੈ? ਤੇ ਉਹ ਸਾਰੀਆਂ ਗੱਲਾਂ ਤੁਸੀਂ ਗਲਤ ਬੋਲ ਰਹੇ ਹੋ, ਝੂਠ ਬੋਲ ਰਹੇ ਹੋ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਬੋਲਣ ਤੋਂ ਬਾਅਦ ਤੇ ਫਿਰ ਤੁਸੀਂ ਇੱਕ ਗੱਲ ਚਲਾ ਰਹੇ ਹੋ ਇਹੀ ਬਾਰ-ਬਾਰ ਕਿ ਇੱਕੋ ਗੱਲ ਨੂੰ ਬਾਰ-ਬਾਰ ਕਹਿੰਦੇ ਜਾਓ।
ਤਾਂ ਕਿ ਇਹ ਸੱਚ ਲੱਗਣ ਲੱਗ ਜੇ। ਜਿਵੇਂ ਕਹਿੰਦੇ ਨੇ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ, ਬਾਰ-ਬਾਰ ਉਹ ਚੀਜ਼ਾਂ ਤੁਹਾਡੀਆਂ ਸੱਚ ਨਹੀਂ, ਤੁਹਾਡੀ ਭਰੋਸੇਯੋਗਤਾ ਚਲੀ ਗਈ ਹੈ। ਭਰੋਸੇਯੋਗਤਾ ਨਾਲ ਇਹ ਚੀਜ਼ਾਂ ਹੁੰਦੀਆਂ ਨੇ। ਔਰ ਇਸੇ ਕਰਕੇ ਇਹ ਗੱਲ ਹੈ ਕਿ ਜਦੋਂ ਲੋਕ ਜਾਗਰੂਕ ਹੋ ਜਾਂਦੇ ਨੇ, ਜਦੋਂ ਸੰਗਤੀ ਰੂਪ ਦੇ ਵਿੱਚ ਆ ਜਾਂਦੇ ਨੇ, ਜਿਹੜੀ ਹਜੂਮੀ ਭੀੜ ਤੇ ਜਾਗਰੂਕ ਲੋਕਾਂ ਦੇ ਇਕੱਠ 'ਚ ਬਹੁਤ ਵੱਡਾ ਫਰਕ ਹੁੰਦਾ ਹੈ। ਤੁਸੀਂ ਹੁਣ ਤੱਕ ਪਿਛਲੇ ਲੰਮੇ ਸਮੇਂ ਤੋਂ ਇੱਕ ਬੜੇ ਵੱਡੇ ਵਰਗ ਨੂੰ ਗੁੰਮਰਾਹ ਕਰਕੇ ਹਜੂਮੀ ਭੀੜ 'ਚ ਬਦਲਤਾ ਤੇ ਉਹ ਭੀੜ ਫਿਰ ਕਿਸੇ ਨੂੰ ਵੀ ਮਾਰ ਦੇਣ ਦੇ ਤੇ ਖੁਸ਼ ਹੋਣਾ ਸ਼ੁਰੂ ਹੋ ਗਈ। ਪਰ ਇਹਨਾਂ ਕਾਨੂੰਨਾਂ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਜਾਗਰੂਕ ਕਿਸਾਨ ਹੁੰਦਾ ਹੈ। ਔਰ ਜਿਵੇਂ ਗੁਰੂ ਸਾਹਿਬ ਨੇ ਇਹ ਕਿਹਾ ਕਿ ਅੰਧੀ ਰਈਅਤ ਗਿਆਨ ਵੀ ਹੋਣੀ, ਜੇ ਗਿਆਨ ਨਾ ਹੋਵੇ ਤਾਂ ਉਹ ਦਿਮਾਗੀ ਤੌਰ ਤੇ ਬੰਦਾ ਅੰਨਾ ਹੀ ਹੋ ਜਾਂਦਾ, ਕਿਉਂਕਿ ਅੱਖਾਂ ਨਹੀਂ ਦੇਖਦੀਆਂ, ਦੇਖਦਾ ਦਿਮਾਗ ਹੁੰਦਾ ਅਸਲ ਦੇ ਵਿੱਚ। ਤੇ ਉਹ ਦਿਮਾਗ ਜਦੋਂ ਫਰਟਾਈਲ ਹੁੰਦਾ ਤਾਂ ਉਹ ਚਾਲਾਂ ਨੂੰ ਸਮਝਣ ਲੱਗ ਜਾਂਦਾ। ਔਰ ਇਸੇ ਕਰਕੇ ਉਹ ਜਿਹੜਾ ਸੰਗਤੀ ਰੂਪ ਹੁੰਦਾ, ਜਿਹੜਾ ਇਸ ਧਰਨਿਆਂ ਦੇ ਵਿੱਚ ਦਿਖਾਈ ਦੇ ਰਿਹਾ, ਜਿਹੜਾ ਲੀਡਰਾਂ ਨੂੰ ਵੀ ਇਹ ਕਹਿ ਰਿਹਾ ਕਿ ਭਾਈ ਸਾਹਿਬ ਫੈਸਲਾ ਉਹ ਹੋਊਗਾ ਜੋ ਅਸੀਂ ਕਹਾਂਗੇ। ਜਿਹਨੇ ਫੈਸਲਾ ਕੀਤਾ ਕਿ ਬਾਰਡਰ ਤੋੜ ਕੇ ਅੱਗੇ ਜਾਣਾ ਹੈ, ਇਹ ਸਾਡਾ ਫੈਸਲਾ ਹੈ। ਰਾੜੀ 'ਚ ਨਹੀਂ ਜਾਣਾ, ਦਿੱਲੀ ਘੇਰਨੀ ਹੈ, ਇਹ ਸਾਡਾ ਫੈਸਲਾ ਹੈ। ਹੁਣ ਡਿਕਟੇਸ਼ਨ ਸਾਰੇ ਆਗੂ ਵੀ ਇਸੇ ਲਈ ਕਰ ਚੁੱਕੇ ਨੇ ਕਿ ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜੋ ਸਾਰੇ ਬੈਠ ਕੇ ਤਿਆਗ ਤੇ ਕੁਰਬਾਨੀ ਤੇ ਤਪੱਸਿਆ ਕਰ ਰਹੇ ਨੇ। ਔਰ ਇਸੇ ਕਰਕੇ ਉਹਨਾਂ ਨੇ ਕਿੰਨੇ ਲੋਕਾਂ ਨੂੰ, ਬੀਜੇਪੀ ਵਾਲਿਆਂ ਨੂੰ ਇਹ ਕਹਿਤਾ ਕਿ ਜੇ ਤੁਸੀਂ ਚਾਹੁੰਦੇ ਹੋ ਜੀ ਤਾਂ ਤੁਸੀਂ ਆ ਕੇ ਦੇਖ ਲਓ। ਅੱਜ ਉੱਤਰਾਖੰਡ ਦੇ ਕਿਸਾਨਾਂ ਨੇ ਤੁਹਾਡੇ ਸਾਹਮਣੇ ਹੈ, ਉਹਨਾਂ ਨੇ ਉਹ ਬੈਰੀਕੇਡ ਤੋੜ ਕੇ ਆ ਗਏ ਨੇ। ਮਹਾਰਾਸ਼ਟਰ ਦੇ ਕਿਸਾਨ ਚੱਲੇ ਹੋਏ ਨੇ। ਬਾਕੀ ਸਾਰੇ ਹੀ ਲੋਕ ਗੁੰਮਰਾਹ ਹੋਏ ਬੰਦੇ ਨੇ। ਹੁਣ ਤਾਂ ਸਗੋਂ ਇਹਨਾਂ ਦੇ ਬੰਦੇ ਪਾਰਟੀਆਂ ਦੇ ਇਹ ਕਰਨ ਲੱਗੇ ਝੂਠ ਬੋਲ ਕੇ ਕਿ ਦੇਸ਼ 'ਚ 65 ਕਰੋੜ ਕਿਸਾਨ ਨੇ ਤੇ ਇਹ ਤਾਂ ਬਹੁਤ ਥੋੜੇ ਜਿਹੇ ਇੱਥੇ ਬੈਠੇ ਨੇ। ਤੇ ਇਹ 65 ਕਰੋੜ ਦੀ ਫਿਗਰ ਕਿੱਥੋਂ ਆਈ ਹੈ? ਇਹ ਝੂਠ ਕਿੱਥੋਂ ਪ੍ਰਚਲਿਤ ਕੀਤਾ ਹੈ? ਇਹ ਕਹਿ ਸਕਦੇ ਹੋ ਕਿ 65 ਕਰੋੜ ਲੋਕਾਂ ਦੀ ਰੋਜੀ ਰੋਟੀ ਸਿੱਧੇ ਤੌਰ ਤੇ ਇੱਕ ਪਰਿਵਾਰਾਂ ਦੀ ਜਿਹੜੀ ਆਬਾਦੀ ਦੀ ਉਹ ਇਹਦੇ ਤੇ ਨਿਰਭਰ ਹੈ। ਉਹ ਇੱਕ ਅਲੱਗ ਸਵਾਲ ਹੈ। ਤੇ ਉਹ ਤੁਸੀਂ ਕਹਿ ਰਹੇ ਹੋ 14 ਕਰੋੜ ਕਿਸਾਨ ਨੇ, ਜਦ ਤੁਸੀਂ ਆ ਜਿਹੜਾ ਕਿਸਾਨ PM ਕਿਸਾਨ ਸਕੀਮ ਦੇ ਵਿੱਚ ਪੈਸੇ ਦੇਣੇ ਨੇ, ਉਦੋਂ ਤੁਸੀਂ ਕਹਿੰਦੇ ਹੋ ਅਸੀਂ 11 ਕਰੋੜ ਕਿਸਾਨਾਂ ਨੂੰ ਦਿੰਦੇ ਆ ਤੇ 65 ਕਰੋੜ ਨੂੰ ਕਿਉਂ ਨਹੀਂ ਦਿੰਦੇ ਫਿਰ? ਇਹ ਸਾਰੇ ਤੱਥਾਂ ਦੇ ਵਿੱਚ ਇੱਕ ਗੁੰਮਰਾਹਕੁੰਨ ਚੀਜ਼ਾਂ ਨੇ ਜਿਹਨੂੰ ਕਾਊਂਟਰ ਮੇਰੇ ਖਿਆਲ ਸਾਰੇ ਕਿਤੇ ਕੀਤਾ ਜਾ ਰਿਹਾ ਔਰ ਉਹ ਕਾਊਂਟਰ ਹੋ ਵੀ ਰਿਹਾ ਜੀ। ਹਮੀਰ ਸਿੰਘ ਜੀ, ਜਿਵੇਂ ਹੁਣ ਆਪਾਂ ਗੱਲ ਕੀਤੀ ਵੀ ਹੈ ਵੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਜਿਹੜਾ ਹੈਗਾ ਵਿਰੋਧ ਲਗਾਤਾਰ ਜਾਰੀ ਚੱਲ ਰਿਹਾ ਤੇ ਅੱਜ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਦੇਸ਼ 'ਚ ਲਗਭਗ 19,000 ਥਾਵਾਂ ਤੇ ਸਮਾਗਮ ਜਿਹੜੇ ਸੀ ਉਹ ਲਿਖੇ ਗਏ ਸੀਗੇ ਤੇ ਕਿਸਾਨਾਂ ਨੇ ਜਿਹੜਾ ਹੈਗਾ ਵੱਡੀ ਗਿਣਤੀ 'ਚ ਭਾਜਪਾ ਆਗੂਆਂ ਦੇ ਸਮਾਗਮਾਂ ਦਾ ਵਿਰੋਧ ਕੀਤਾ, ਉਹਨਾਂ ਦੇ ਬਾਹਰ ਧਰਨੇ ਦਿੱਤੇ ਨੇ। ਤੇ ਇੱਕ ਗੱਲ ਤਾਂ ਇਹ ਆ ਜਿਹਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਹੈਗਾ ਜਾ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ, ਉੱਥੇ ਵੀ ਕਿਸਾਨਾਂ ਨੂੰ ਜਿਹੜੀ ਹੈਗੀ ਗੱਲਬਾਤ ਕੀਤੀ ਜਾ ਰਹੀ। ਇਹਨੂੰ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਅੱਜ ਵੀ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਉੱਥੇ। ਅੱਜ ਵੀ ਸੰਜੇ ਸਿੰਘ ਤੇ ਭਗਵੰਤ ਮਾਨ ਨੇ ਇੱਕ ਚੰਗੀ ਗੱਲ ਹੈ ਕਿ ਤੁਸੀਂ ਉੱਥੇ ਜਾ ਕੇ ਜਦੋਂ ਪ੍ਰਧਾਨ ਮੰਤਰੀ ਬੋਲ ਰਿਹਾ ਤੇ ਉਹਨੂੰ ਸੀਸਾ ਦਿਖਾ ਰਹੇ ਹੋ ਕਿ ਗਲਤ ਗੱਲ ਹੈ। ਇੱਕ ਹਾਂ ਪੱਕੀ ਗੱਲ ਹੈ ਕਿ ਵੀ ਉਹਨੂੰ ਦਿਖਾਇਆ ਜਾ ਸਕਦਾ, ਉੱਥੇ ਜਾ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਜਿੱਥੇ ਕਿਤੇ ਵੀ ਕਿਸਾਨ ਜਥੇਬੰਦੀਆਂ ਦਾ ਹੁਣ ਸੱਦਾ ਹੈ 26 ਤੇ 27 ਤਰੀਕ ਦਾ, ਉਹ ਇਹ ਹੈ ਕਿ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਖੁਦ ਦੇ ਜਾਂ ਉਹਦੇ ਨਾਲ ਸੰਬੰਧਿਤ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਤੇ ਉਹਨਾਂ ਨੂੰ ਕਿਹਾ ਜਾਏਗਾ ਕਿ ਸਰਕਾਰ ਨੂੰ ਮਜਬੂਰ ਕਰੋ ਕਿ ਉਹ ਗੱਲਬਾਤ ਕਰੇ ਤੇ ਕਾਨੂੰਨ ਵਾਪਸ ਲਵੇ ਜਿਹੜੇ ਵੀ ਕਾਲੇ ਕਾਨੂੰਨ ਬਣੇ ਹੋਏ ਨੇ। ਔਰ ਇਹਦੇ ਨਾਲ ਦੀ ਨਾਲ ਇਸੇ ਕਰਕੇ ਹੁਣ ਜਦੋਂ ਬੀਜੇਪੀ ਨੇ ਇੱਕ ਪੈਰਲਲ ਮੁਕਾਬਲੇ ਤੇ ਇੱਕ ਮੁਹਿੰਮ ਚਲਾਤੀ ਹੈ ਤਾਂ ਉਹਦੀ ਮੁਹਿੰਮ ਨੂੰ ਜਵਾਬ ਦੇਣਾ ਜ਼ਰੂਰੀ ਹੈ। ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਵੱਖ-ਵੱਖ ਸੂਬਿਆਂ 'ਚ ਜਾਣਾ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੇ ਵਿੱਚ ਜਾ ਕੇ ਵੀ, ਕਿਉਂਕਿ ਲੋਕਾਂ ਨੂੰ ਜਚਾਉਣਾ ਅਜੇ ਪੂਰੇ ਦੇਸ਼ ਦੇ ਵਿੱਚ ਕਾਨੂੰਨਾਂ ਬਾਰੇ ਬਰੀਕੀ ਨਾਲ ਗੱਲ ਕਰਨਾ, ਕੱਲੇ-ਕੱਲੇ ਨੂੰ ਜਾ ਕੇ ਸਮਝਾਉਣਾ ਕਾਫੀ ਹੱਦ ਤੱਕ ਕਿਸਾਨ ਸਮਝ ਗਏ ਨੇ, ਪਰ ਹੋਰਾਂ ਤੱਕ ਗੁੰਮਰਾਹ ਨਾ ਹੋਣ ਉਹ, ਇਸ ਲਈ ਗੱਲ ਕਰਨੀ ਪਏਗੀ। ਔਰ ਮੈਨੂੰ ਇਹ ਵੀ ਲੱਗਦਾ ਕਿ ਜਿਹੜੇ ਦੋ ਵੱਡੇ ਸੰਘ ਬਣੇ ਹੋਏ ਨੇ, ਇੱਕ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦਾ ਸਵਾਲ ਹੈ, ਇੱਕ ਕਿਸਾਨ ਮਹਾਸੰਘ ਹੈ ਜਿਹਦੇ 'ਚ ਕਿਹਾ ਜਾ ਰਿਹਾ ਕਿ ਸਾਰੇ ਰਲ ਕੇ 500 ਤੋਂ ਵੱਡੀ ਜਥੇਬੰਦੀਆਂ ਨੇ ਤੇ ਉਹਨਾਂ ਦੇ ਸਮੁੱਚੇ ਆਗੂਆਂ ਨੂੰ ਤੇ ਜਿਹੜਿਆਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ ਤੇ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਨੇ, ਉਹਨਾਂ ਦੇ ਆਗੂਆਂ ਨੂੰ ਟੀਮ ਬਣਾ ਕੇ ਵੀ ਦੇਸ਼ ਦੇ ਵਿੱਚ ਵਿਜ਼ਿਟ ਕਰਨਾ ਚਾਹੀਦਾ, ਦੇਸ਼ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਔਰ ਜਿੰਨੀਆਂ ਗੱਲਾਂ ਬਾਰ-ਬਾਰ ਉਹ ਦੁਹਰਾ ਰਹੇ ਨੇ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਜਵਾਬ ਦੇਣ ਦਾ ਜਿਹੜਾ ਇੱਕ ਤਰੀਕਾ, ਇੱਕ ਸਿਲਸਿਲਾ ਹੈ, ਉਹ ਪੈਰਲਲ ਜਦੋਂ ਸ਼ੁਰੂ ਹੋਏਗਾ ਤਾਂ ਲਾਜ਼ਮੀ ਉਸ ਲੈਵਲ ਤੇ ਹੋਏਗਾ। ਅਜੇ ਤੱਕ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੋਕ ਜਾ ਹੀ ਰਹੇ ਨੇ ਔਰ ਬਹੁਤ ਜਜ਼ਬੇ ਦੇ ਨਾਲ ਜਾ ਰਹੇ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਇੱਕ ਗੱਲ ਕਲੀਅਰ ਹੋ ਗਈ ਹੈ, ਜਦੋਂ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਵੀ ਹੁਣ ਇਹ ਕਹਿ ਰਹੇ ਨੇ ਕਿ ਇਹ ਤੋਂ ਪਿੱਛੇ ਹਟਣਾ ਬੜਾ ਮੁਸ਼ਕਲ ਹੈ ਜੀ, ਇਹਦੇ ਨਾਲ ਬਹੁਤ ਜ਼ਿਆਦਾ ਵਿਕਾਸ ਹੋਏਗਾ, ਇਹਦੇ ਨਾਲ ਪੂੰਜੀ ਇਨਵੈਸਟਮੈਂਟ ਹੋਏਗੀ। ਪੂੰਜੀ ਇਨਵੈਸਟਮੈਂਟ ਕੌਣ ਕਰਦਾ? ਕਾਰਪੋਰੇਟ ਘਰਾਣੇ ਹੋ ਗਏ।
ਬਿਲਕੁਲ। ਔਰ ਕੌਣ ਕਰਦਾ? ਉਹੀ ਜਿਹੜੇ ਅਡਾਨੀ ਤੇ ਅੰਬਾਨੀ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ। ਉਸ ਪੂੰਜੀ ਇਨਵੈਸਟਮੈਂਟ ਨਾਲ ਜੇ ਕਿਸਾਨੀ ਉਜੜਨੀ ਹੈ ਤੇ ਕਬਜ਼ਾ ਉਹਨਾਂ ਦਾ ਹੋ ਜਾਣਾ ਹੈ, ਤਾਂ ਫਿਰ ਇਸ ਦਲੀਲ ਦੇ ਕੀ ਮਤਲਬ? ਉਹ ਪੂੰਜੀ ਇਨਵੈਸਟਮੈਂਟ ਕਹਿੰਦੇ ਨੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਤੇ ਜਿਹਦਾ ਫਾਇਦਾ ਹੀ ਨਹੀਂ ਆ ਆਮ ਲੋਕਾਂ ਨੂੰ, ਤਾਂ ਉਹਦੇ ਤੋਂ ਲੈਣਾ ਕੀ ਹੈ? ਜਾਂ ਤਾਂ ਤੁਸੀਂ ਇਹ ਕਨਵਿੰਸ ਕਰਾ ਦਿਓ ਕਿ ਅੱਜ ਤੱਕ ਜਿੰਨੀ ਪੂੰਜੀ ਨਿਵੇਸ਼ ਤੁਸੀਂ ਕਰਾਈ ਹੈ ਉਹਦੇ ਨਾਲ ਕਿਸਾਨੀ ਦਾ ਕਰਜ਼ਾ ਘਟ ਗਿਆ, ਉਹਦੇ ਨਾਲ ਕਿਸਾਨਾਂ ਦੀ ਖੇਤੀ ਲਾਹੇਵੰਦ ਹੋ ਗਈ, ਉਹਦੇ ਨਾਲ ਮਜ਼ਦੂਰ ਨੂੰ ਦਿਹਾੜੀ ਜ਼ਿਆਦਾ ਵਧੀਆ ਮਿਲਣ ਲੱਗ ਗਈ, ਉਹਦੇ ਨਾਲ ਚੀਜ਼ਾਂ ਚੰਗੀਆਂ ਹੋ ਗਈਆਂ, ਉਹਨਾਂ ਦੇ ਚੰਗੇ ਦਿਨ ਆ ਗਏ। ਤੁਸੀਂ ਇਹ ਸਾਬਤ ਕਰੋ। ਕੱਲਾ ਇਸੇ ਗੱਲ ਤੇ ਰੱਟ ਲਾਉਣਾ ਕਿ ਉਹਨਾਂ ਨਾਲ ਜੀ ਉਹ ਪੈਸੇ ਲਾਉਣਗੇ, ਉਹ ਪੈਸੇ ਲਾ ਕੇ ਕਿੰਨਾ ਲੈ ਜਾਣਗੇ? ਸਵਾਲ ਇਹ ਹੈ, ਸਵਾਲ ਉਸ ਦੌਲਤ ਦਾ ਜਿਹੜੀ ਲਾਈ ਗਈ ਹੈ ਤੇ ਜਿਹੜੀ ਉਹਦੇ ਚੋਂ ਕਮਾਈ ਜਾਏਗੀ, ਉਹਦਾ ਕਿੰਨਾ ਹਿੱਸਾ ਆਮ ਲੋਕਾਂ ਨੂੰ ਮਿਲਣਾ ਹੈ ਜਾਂ ਕਿਸਾਨਾਂ ਨੂੰ ਮਿਲਣਾ ਹੈ, ਜਾਂ ਉਹ ਸਾਰਾ ਖੁਦ ਲੈ ਜਾਣਗੇ? ਇਹ ਵੱਡਾ ਸਵਾਲ ਹੈ ਜਿਹਦੇ ਤੇ ਹੁਣ ਡਿਬੇਟ ਜਾਂ ਬਾਕੀ ਚੀਜ਼ਾਂ ਜਿਹਦੇ 'ਚ ਕਿਸਾਨੀ ਉਸ ਲਈ ਲੜ ਰਹੀ ਹੈ। ਇੱਕ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿਤੀ ਹੈ ਵੀ ਇਹ ਮਾਮਲਾ MSP ਤੋਂ ਸ਼ੁਰੂ ਹੋਇਆ ਸੀ, ਹੁਣ ਇਹ ਹੋਰੇ ਕੰਮ ਕਰਨ ਲੱਗ ਗਏ ਨੇ। ਔਰ ਇਸੇ ਲਈ ਤਾਂ ਪ੍ਰਧਾਨ ਮੰਤਰੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਦੋਂ ਗੱਲ ਇੱਕ 'ਚੋਂ ਸ਼ੁਰੂ ਹੁੰਦੀ ਹੈ, ਚਾਹੇ ਉਹ MSP ਤੋਂ ਹੋਏ ਸੀ, ਉਹ ਕੇਂਦਰ ਰਾਜ ਸੰਬੰਧਾਂ ਦਾ ਸਵਾਲ ਵੀ ਆਉਣਾ ਹੀ ਹੈ, ਉਹਦੇ 'ਚ ਕਾਰਪੋਰੇਟ ਘਰਾਣਿਆਂ ਦਾ, ਅਡਾਨੀ ਦਾ ਸਵਾਲ ਵੀ ਆਉਣਾ ਹੀ ਹੈ, ਤੇ ਸਗੋਂ ਇਹ ਗੇਂਦ ਉੱਧੜਨੀ ਸ਼ੁਰੂ ਹੋ ਗਈ, ਉੱਧੜਦੀ ਸਿਰੇ ਤੱਕ ਚਲੀ ਜਾਏਗੀ। ਜਿੰਨੀ ਜਲਦੀ ਗੱਲ ਕਰੋਗੇ ਉਨਾ ਸੌਖਾ ਰਹੂਗਾ, ਨਹੀਂ ਤਾਂ ਜਿੰਨੀ ਅਸਲੀਅਤ ਲੋਕਾਂ ਦੇ ਸਾਹਮਣੇ ਮਤਲਬ ਹੁੰਦੀ ਜਾਊਗੀ, ਪ੍ਰਗਟ ਹੁੰਦੀ ਹੋ ਜਾਏਗੀ, ਉਨਾ ਤੁਹਾਡੇ ਫੈਸਲਿਆਂ ਨੂੰ ਤੇ ਤੁਹਾਡੀ ਵਿਚਾਰਧਾਰਾ ਨੂੰ ਨੁਕਸਾਨ ਹੋਣਾ ਹੈ, ਲੋਕਾਂ ਨੂੰ ਨੁਕਸਾਨ ਉਸ ਰੂਪ ਦੇ ਵਿੱਚ ਨਹੀਂ ਹੋਣਾ। ਇਸ ਗੱਲ ਨੂੰ ਸਮਝਣ ਦੀ ਲੋੜ ਹੁੰਦੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਾਂ ਮੰਨਣ ਦੀ ਥਾਂ ਤੇ ਜਿਹੜਾ ਹੈਗਾ ਉਹਦੇ ਪੈਰਲਰ ਇੱਕ ਪ੍ਰਚਾਰ ਕੀਤਾ ਜਾ ਰਿਹਾ, ਜਿਸ 'ਚ ਹਲੇ ਵੀ ਕਿਹਾ ਜਾ ਰਿਹਾ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨੇ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਪਰ ਕੇਂਦਰ ਦੇ ਅਜਿਹੇ ਪ੍ਰਚਾਰ ਨੂੰ ਵੇਖਦੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਖੇਤੀ ਕਾਨੂੰਨਾਂ ਦੀ ਅਸਲ ਸੱਚਾਈ ਬਾਰੇ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕਿਸਾਨ ਵੀ ਦੇਸ਼ ਭਰ ਦੇ ਵਿੱਚ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਬਾਕੀ ਕੀ ਹੋਵੇਗਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।